ਆਓ ਅਸੀਂ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਇਸ ਉਪਦੇਸ਼ ਨਾਲ ਕਰੀਏ, ਜਿਸ ਦਾ ਸਿਰਲੇਖ ਹੈ ਪਹਿਲੀ ਵਾਰ ਆਉਣ ਵਾਲੇ ਯਿਸੂ ਅਤੇ ਦੂਸਰੀ ਵਾਰ ਆਉਣ ਵਾਲੇ ਅਨਸੰਗ ਹੋਂਗ। ਪਰਮੇਸ਼ਵਰ ਮਨੁੱਖ ਜਾਤੀ ਨੂੰ ਸਵਰਗ ਦੇ ਰਾਜ ਦਾ ਰਾਹ, ਪਾਪਾਂ ਦੀ ਮਾਫੀ ਅਤੇ ਮੁਕਤੀ ਪ੍ਰਾਪਤ ਕਰਨ ਦਾ ਰਾਹ ਸਿਖਾਉਣ ਲਈ ਸਰੀਰ ਵਿੱਚ ਇਸ ਧਰਤੀ ਉੱਤੇ ਆਏ। ਜੇ ਅਸੀਂ ਉਹਨਾਂ ਦੇ ਪਹਿਲੀ ਵਾਰ ਆਉਣ ਤੇ 2000 ਸਾਲ ਪਿੱਛੇ ਜਾਂਦੇ ਹਾਂ, ਤਾਂ ਬਹੁਤ ਸਾਰੇ ਧਾਰਮਿਕ ਸਮੂਹ ਸੀ ਜਿਨ੍ਹਾਂ ਨੇ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਨ ਦਾ ਦਾਅਵਾ ਕੀਤਾ ਸੀ। ਇੱਕ ਧਾਰਮਿਕ ਸਮੂਹ ਸੀ ਜੋ ਯਹੂਦੀ ਧਰਮ ਦੇ ਨਾਮ ਨਾਲ ਮੂਸਾ ਦੀ ਵਿਵਸਥਾ ਅਤੇ ਪਰਮੇਸ਼ਵਰ ਯਹੋਵਾ ਦਾ ਸਤਿਕਾਰ ਕਰਦਾ ਸੀ। ਉਸ ਸਥਿਤੀ ਵਿੱਚ ਪਰਮੇਸ਼ਵਰ ਸਰੀਰ ਵਿੱਚ ਇਸ ਧਰਤੀ ਉੱਤੇ ਆਏ। ਯੂਹੰਨਾ ਅਧਿਆਇ 1 ਵਚਨ 14 ਵਿੱਚ ਲਿਖਿਆ ਹੈ, ਅਤੇ ਸ਼ਬਦ ਦੇਹਧਾਰੀ ਹੋਇਆ ਅਤੇ ਸਾਡੇ ਵਿੱਚ ਵਾਸ ਕੀਤਾ। ਪਰਮੇਸ਼ਵਰ ਜੋ ਵਚਨ ਹੈ, ਇਸ ਧਰਤੀ ਤੇ ਸਰੀਰ ਵਿੱਚ ਆਏ। ਉਹ ਮਰੀਅਮ ਦੇ ਸਰੀਰ ਦੁਆਰਾ ਮਨੁੱਖ ਦੇ ਰੂਪ ਵਿੱਚ ਆਏ। ਉਹਨਾਂ ਦਾ ਸਾਡੇ ਵਰਗਾ ਮਨੁੱਖੀ ਰੂਪ ਸੀ। ਕਿਉਂਕਿ ਉਹ ਸਾਡੇ ਵਰਗਾ ਰੂਪ ਲੈ ਕੇ ਆਏ ਸੀ, ਅੱਖਾਂ, ਨੱਕ, ਮੂੰਹ ਅਤੇ ਕੰਨਾਂ ਨਾਲ। ਇਸ ਲਈ ਬਹੁਤ ਸਾਰੇ ਲੋਕ ਯਿਸੂ ਨੂੰ ਮਸੀਹ ਜਾਂ ਸਰੀਰ ਵਿੱਚ ਪਰਮੇਸ਼ਵਰ ਦੇ ਰੂਪ ਵਿੱਚ ਨਹੀਂ ਦੇਖ ਸਕੇ। ਨਤੀਜੇ ਵਜੋਂ ਉਹਨਾਂ ਨੇ ਯਿਸੂ ਨਾਲ ਅਪਮਾਨਜਨਕ ਵਿਵਹਾਰ ਕੀਤਾ, ਉਹਨਾਂ ਨੂੰ ਪੱਥਰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਸਾਨੂੰ ਮੁਕਤੀ ਦੇਣ ਲਈ ਇਸ ਧਰਤੀ ਉੱਤੇ ਉਹਨਾਂ ਦੇ ਆਉਣ ਦੀ ਕਿਰਪਾ ਨੂੰ ਸਮਝਣ ਵਿੱਚ ਅਸਫਲ ਰਹੇ। ਅਸੀਂ ਉਸ ਸਮੇਂ ਦੇ ਬਹੁਤ ਸਾਰੇ ਰਿਕਾਰਡ ਲੱਭ ਸਕਦੇ ਹਾਂ ਜਦੋਂ ਉਹਨਾਂ ਨੇ ਯਿਸੂ ਮਸੀਹਾ ਨੂੰ ਰੱਦ ਕਰ ਦਿੱਤਾ ਸੀ। ਹਾਲਾਂਕਿ ਸ਼ੁਰੂਆਤੀ ਚਰਚ ਦੇ ਸੰਤ ਸੀ ਜਿਨ੍ਹਾਂ ਨੇ ਯਿਸੂ ਨੂੰ ਮਸੀਹਾ ਅਤੇ ਮੁਕਤੀਦਾਤਾ ਦੇ ਰੂਪ ਵਿੱਚ ਸਵੀਕਾਰ ਕੀਤਾ। ਉਹਨਾਂ ਨੂੰ ਪਰਮੇਸ਼ਵਰ ਨੇ ਜੀਵਨ ਦਾ ਮੁਕਟ ਦੇਣ ਦਾ ਵਾਅਦਾ ਕੀਤਾ ਜੋ ਕਦੇ ਅਲੋਪ ਨਹੀਂ ਹੋਵੇਗਾ। ਇਸ ਯੁੱਗ ਵਿੱਚ ਵੀ ਅਜਿਹਾ ਹੀ ਹੈ। ਇੱਕ ਕਾਰਨ ਹੈ ਕਿ ਪਰਮੇਸ਼ਵਰ ਆਪਣੇ ਪਹਿਲੇ ਅਤੇ ਦੂਸਰੀ ਵਾਰ ਆਉਣ ਤੇ ਸਰੀਰ ਵਿੱਚ ਕਿਉਂ ਆਏ। ਸਰੀਰ ਵਿੱਚ ਆਏ ਮਸੀਹਾ ਨੂੰ ਪ੍ਰਾਪਤ ਕਰਨ ਲਈ ਸਾਨੂੰ ਇਸ ਕਾਰਨ ਨੂੰ ਸਪਸ਼ਟ ਤੌਰ ਤੇ ਸਮਝਣਾ ਚਾਹੀਦਾ ਹੈ ਨਾ? ਜੇਕਰ ਅਸੀਂ ਅਜਿਹਾ ਨਹੀਂ ਕਰਦੇ ਹਾਂ, ਤਾਂ 2000 ਸਾਲ ਪਹਿਲਾਂ ਉਹਨਾਂ ਦੇ ਪਹਿਲੀ ਵਾਰ ਆਉਣ ਦੇ ਸਮੇਂ ਵਾਂਗ ਇਤਿਹਾਸ ਆਪਣੇ ਆਪ ਨੂੰ ਉਹਨਾਂ ਦੇ ਦੂਸਰੀ ਵਾਰ ਆਉਣਾ ਤੇ ਦੁਹਰਾਏਗਾ। ਕਿਉਂਕਿ ਉਹਨਾਂ ਨੇ ਵਿਸ਼ੇਸ਼ ਅਧਿਕਾਰ ਪ੍ਰਾਪਤ ਵਰਗ ਦੇ ਗਿਆਨ ਦੇ ਆਧਾਰ ਤੇ ਪਰਮੇਸ਼ਵਰ ਦਾ ਨਿਆਂ ਕੀਤਾ। ਇਸ ਲਈ ਉਹਨਾਂ ਨੇ ਸੋਚਿਆ, ਪਰਮੇਸ਼ਵਰ ਇੱਕ ਮਨੁੱਖ ਕਿਵੇਂ ਬਣ ਸਕਦਾ ਹੈ? ਇਸ ਲਈ ਉਹਨਾਂ ਨੇ ਉਹਨਾਂ ਨੂੰ ਪੱਥਰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੂੰ ਨਾਸਰੀ ਪੰਥ ਦੇ ਰੂਪ ਵਿੱਚ ਲੇਬਲ ਕੀਤਾ। ਆਓ ਅਸੀਂ ਇਸ ਬਾਰੇ ਇੱਕ ਪਲ ਲਈ ਸੋਚੀਏ। ਕੀ ਯਿਸੂ ਨੂੰ ਸਲੀਬ ਉੱਤੇ ਚੜਾਉਣ ਵਾਲੇ ਬਚਾਏ ਜਾਣਗੇ? ਬਿਲਕੁਲ ਨਹੀਂ। ਉਹਨਾਂ ਨੂੰ ਬਚਾਇਆ ਕਿਉਂ ਨਹੀਂ ਜਾ ਸਕਦਾ? ਸਿਰਫ ਇੱਕ ਕਾਰਨ ਹੈ, ਉਹਨਾਂ ਨੇ ਪਰਮੇਸ਼ਵਰ ਨੂੰ ਚੰਗੀ ਤਰ੍ਹਾਂ ਨਹੀਂ ਪਹਿਚਾਣਿਆ। ਉਹਨਾਂ ਨੇ ਪਰਮੇਸ਼ਵਰ ਨਾਲ ਦੁਰਵਿਵਹਾਰ ਕੀਤਾ ਜੋ ਉਹਨਾਂ ਨੂੰ ਦਿਆਲਤਾ ਦਿਖਾ ਰਹੇ ਸੀ। ਪਰਮੇਸ਼ਵਰ ਪਾਪੀਆਂ ਨੂੰ, ਜੋ ਇਸ ਧਰਤੀ ਉੱਤੇ ਸੁੱਟੇ ਗਏ ਸੀ, ਪਾਪਾਂ ਦੀ ਮਾਫੀ ਪ੍ਰਾਪਤ ਕਰਨ ਦਾ ਇੱਕ ਹੋਰ ਮੌਕਾ ਦੇਣ ਲਈ ਇਸ ਧਰਤੀ ਉੱਤੇ ਆਏ। ਹਾਲਾਂਕਿ ਉਹਨਾਂ ਨੇ ਇਸ ਧਰਤੀ ਤੇ ਉਹਨਾਂ ਨੂੰ ਫਿਰ ਤੋਂ ਅਸਵੀਕਾਰ ਕਰ ਦਿੱਤਾ, ਇਸ ਲਈ ਮੌਕਾ ਖੋਹ ਲਿਆ ਗਿਆ। ਪਵਿੱਤਰ ਆਤਮਾ ਦੇ ਇਸ ਆਖਰੀ ਯੁੱਗ ਵਿੱਚ ਵੀ ਅਜਿਹਾ ਹੀ ਹੈ। ਪਰਮੇਸ਼ਵਰ ਨੇ ਪਹਿਲੇ ਚਰਚ ਦੀ ਸੱਚਾਈ ਨੂੰ ਦੁਬਾਰਾ ਸਥਾਪਿਤ ਕੀਤਾ। ਸਬਤ ਦਾ ਦਿਨ, ਪਸਾਹ, 3 ਵਾਰ ਵਿੱਚ 7 ਪਰਬ ਅਤੇ ਨਵੇਂ ਨੇਮ ਦੇ ਸਾਰੇ ਨਿਯਮਾਂ ਨੂੰ, ਜਿਵੇਂ ਕਿ ਉਹਨਾਂ ਨੇ 2000 ਸਾਲ ਪਹਿਲਾਂ ਸਥਾਪਿਤ ਕੀਤਾ ਸੀ। ਪਰ ਲੋਕ ਉਸ ਨੂੰ ਨਹੀਂ ਪਹਿਚਾਣਦੇ। ਇਸ ਤਰ੍ਹਾਂ ਉਹ ਉਹਨਾਂ ਨਾਲ ਕਿਵੇਂ ਪੇਸ਼ ਆਉਂਦੇ ਹਨ? ਇਹ ਉਸੇ ਤਰ੍ਹਾਂ ਹੈ ਜਿਵੇਂ 2000 ਸਾਲ ਪਹਿਲਾਂ ਸੀ। ਉਹ ਉਹਨਾਂ ਨਾਲ ਬਹੁਤ ਬੁਰਾ ਵਿਵਹਾਰ ਕਰਦੇ ਹਨ। ਉਹ ਅਜਿਹੀਆਂ ਗੱਲਾਂ ਕਹਿੰਦੇ ਹਨ। ਇਹ ਕੁਤਰਮੀ ਹੈ। ਇੱਕ ਮਾਮੂਲੀ ਆਦਮੀ ਪਰਮੇਸ਼ਵਰ ਹੋਣ ਦਾ ਦਾਅਵਾ ਕਿਵੇਂ ਕਰ ਸਕਦਾ ਹੈ? ਕੀ ਉਹ ਲੋਕ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰ ਸਕਦੇ ਹਨ? ਕਿਰਪਾ ਕਰਕੇ ਇਬਰਾਨੀਆਂ ਅਧਿਆਇ
9 ਵਚਨ 27 ਬਾਰੇ ਸੋਚੀਏ। ਲਿਖਿਆ ਹੈ, ਅਤੇ ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ, ਅਤੇ ਉਸ ਤੋਂ ਬਾਅਦ ਕੀ ਹੋਵੇਗਾ, ਲਿਖਿਆ ਹੋਇਆ ਹੈ, ਅਤੇ ਉਹਦੇ ਪਿੱਛੋਂ ਨਿਆਉਣ ਹੁੰਦਾ ਹੈ। ਇਹ ਕਹਿੰਦਾ ਹੈ ਕਿ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਇਹ ਨਿਰਧਾਰਤ ਕਰਨ ਲਈ ਪਰਮੇਸ਼ਵਰ ਦਾ ਨਿਆਂ ਹੋਵੇਗਾ ਕਿ ਉਹ ਵਿਅਕਤੀ ਸਵਰਗ ਜਾਂਦਾ ਹੈ ਜਾਂ ਨਰਕ ਵਿੱਚ। ਮਨੁੱਖ ਇਸ ਸਥਿਤੀ ਤੋਂ ਕਦੇ ਨਹੀਂ ਬਚ ਸਕਦਾ। ਉਹ ਸਾਰੇ ਚਾਹੁੰਦੇ ਹਨ ਕਿ ਪਰਮੇਸ਼ਵਰ ਫੈਸਲਾ ਸੁਣਾਉਣ, ਤੁਸੀਂ ਸਵਰਗ ਵਿੱਚ ਪ੍ਰਵੇਸ਼ ਕਰ ਸਕਦੇ ਹੋ, ਪਰ ਬਾਈਬਲ ਕੀ ਕਹਿੰਦੀ ਹੈ? ਉਹ ਸਾਰੇ ਲੋਕਾਂ ਦਾ ਨਿਆਂ ਉਹਨਾਂ ਦੇ ਕੰਮਾਂ ਅਨੁਸਾਰ ਕਰਨਗੇ। ਜੇ 2000 ਸਾਲ ਪਹਿਲਾਂ ਯਿਸੂ ਨੂੰ ਸਲੀਬ ਉੱਤੇ ਚੜਾਉਣ ਵਾਲੇ ਲੋਕ ਨਰਕ ਦੀ ਸਦੀਪਕ ਸਜ਼ਾ ਵਿੱਚ ਚਲੇ ਗਏ, ਤਾਂ ਉਹ ਸਾਰੇ ਜਿਹੜੇ ਇਸ ਯੁੱਗ ਵਿੱਚ ਦੂਜੀ ਵਾਰ ਆਏ ਮਸੀਹ ਨੂੰ ਸਵੀਕਾਰ ਨਹੀਂ ਕਰਦੇ ਹਨ, ਪਰ ਉਹਨਾਂ ਦਾ ਅਪਮਾਨ ਕਰਦੇ ਹਨ, ਉਹ ਵੀ ਸਦੀਪਕ ਸਜ਼ਾ ਵਿੱਚ ਜਾਣਗੇ। ਇਸੇ ਲਈ ਅਸੀਂ ਮਸੀਹਾਨ ਸਾਂਗ ਹੋਂਗ ਬਾਰੇ ਪ੍ਰਚਾਰ ਕਰਦੇ ਹਾਂ, ਜੋ ਪਹਿਲੀ ਵਾਰ ਆਉਣ ਤੇ ਯਿਸੂ ਦੇ ਨਾਮ ਤੇ ਅਤੇ ਦੂਸਰੀ ਵਾਰ ਆਉਣ ਤੇ ਯਿਸੂ ਦੇ ਨਵੇਂ ਨਾਮ ਵਿੱਚ ਆਏ, ਹੈ ਨਾ? ਆਓ ਅਸੀਂ ਯੂਹੰਨਾ ਅਧਿਆਇ 1 ਵਚਨ 1 ਉੱਤੇ ਜਾਈਏ। ਯੂਹੰਨਾ ਅਧਿਆਇ 1 ਵਚਨ 1। ਆਦਿ ਵਿੱਚ ਸ਼ਬਦ ਸੀ, ਅਰ ਸ਼ਬਦ ਪਰਮੇਸ਼ੁਰ ਦੇ ਸੰਗ ਸੀ, ਅਤੇ ਸ਼ਬਦ ਪਰਮੇਸ਼ੁਰ ਸੀ। ਸ਼ਬਦ ਪਰਮੇਸ਼ਵਰ ਹੈ ਜਿਸਨੇ ਬ੍ਰਹਿਮੰਡ ਅਤੇ ਇਸ ਵਿੱਚ ਸਭ ਕੁਝ ਬਣਾਇਆ ਹੈ ਨਾ? ਕਿ ਪਰਮੇਸ਼ਵਰ ਨੂੰ ਸਾਡੇ ਵਾਂਗ ਮਨੁੱਖੀ ਰੂਪ ਵਿੱਚ ਇਸ ਧਰਤੀ ਉੱਤੇ ਆਉਣਾ ਹੈ। ਅਧਿਆਇ 1 ਵਚਨ 14। ਅਤੇ ਸ਼ਬਦ ਪਰਮੇਸ਼ਵਰ ਸੀ। ਕੀ ਇਹ ਅਧਿਆਇ 1 ਵਚਨ 1 ਵਿੱਚ ਦਰਜ ਨਹੀਂ ਹੈ? ਸ਼ਬਦ ਕੀ ਬਣ ਗਿਆ? ਅਤੇ ਸ਼ਬਦ ਦੇਹਧਾਰੀ ਹੋਇਆ ਅਤੇ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ, ਅਤੇ ਅਸਾਂ ਉਸ ਦਾ ਤੇਜ ਪਿਤਾ ਦੇ ਇਕਲੌਤੇ ਦੇ ਤੇਜ ਵਰਗਾ ਡਿੱਠਾ। ਇਕਲੌਤਾ ਕੌਣ ਹੈ? ਇਹ ਯਿਸੂ ਹੈ ਨਾ? ਇਸ ਤਰ੍ਹਾਂ ਪਰਮੇਸ਼ਵਰ ਯਹੋਵਾਹ ਨੇ ਸਰੀਰ ਧਾਰਨ ਕੀਤਾ ਅਤੇ ਮਨੁੱਖ ਜਾਤੀ ਨੂੰ ਮੁਕਤੀ ਦਾ ਰਾਹ ਸਿਖਾਉਣ ਲਈ ਯਿਸੂ ਦੇ ਨਾਮ ਤੇ ਇਸ ਧਰਤੀ ਉੱਤੇ ਆਏ। ਯੂਹੰਨਾ ਅਧਿਆਇ 1 ਵਚਨ 1 ਅਤੇ 14 ਦੇ ਅਨੁਸਾਰ ਪਰਮੇਸ਼ਵਰ ਨੇ ਸਾਡੇ ਵਿਚਕਾਰ ਨਿਵਾਸ ਕੀਤਾ, ਅਤੇ ਅਸੀਂ ਉਹਨਾਂ ਦੀ ਮਹਿਮਾ ਇਕਲੌਤੇ ਅਰਥਾਤ ਯਿਸੂ ਦੀ ਵਡਿਆਈ ਦੇਖੀ ਹੈ। ਪਰ ਉਸ ਸਮੇਂ ਦੇ ਯਹੂਦੀ ਅਤੇ ਧਾਰਮਿਕ ਆਗੂ ਯਿਸੂ ਨੂੰ ਵੱਖਰੇ ਨਜ਼ਰੀਏ ਨਾਲ ਦੇਖਦੇ ਸੀ। ਆਓ ਅਸੀਂ ਯੂਹੰਨਾ ਅਧਿਆਇ 10 ਤੇ 1 ਨਜ਼ਰ ਪਾਈਏ। ਆਓ ਅਸੀਂ ਇਹ ਦੇਖਣ ਲਈ ਯੂਹੰਨਾ 10:30 ਪੜ੍ਹੀਏ ਕਿ ਉਹਨਾਂ ਨੇ ਇਸ ਧਰਤੀ ਤੇ ਪਾਪਾਂ ਦੀ ਮਾਫੀ ਅਤੇ ਮੁਕਤੀ ਦਾ ਮੌਕਾ ਦੇਣ ਲਈ ਆਏ ਪਰਮੇਸ਼ਵਰ ਨਾਲ ਕਿਵੇਂ ਵਿਵਹਾਰ ਕੀਤਾ। ਮੈਂ ਅਰ ਮੇਰਾ ਪਿਤਾ ਇੱਕੋ ਹਾਂ। ਯਹੂਦੀਆਂ ਨੇ ਫੇਰ ਪੱਥਰ ਚੁੱਕੇ ਜੋ ਉਹਨੂੰ ਪੱਥਰਾ ਕਰਨ। ਯਿਸੂ ਨੇ ਅੱਗੋਂ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਪਿਤਾ ਦੀ ਵੱਲੋਂ ਅਨੇਕ ਚੰਗੇ ਕੰਮ ਵਿਖਾਏ, ਉਹਨਾਂ ਵਿੱਚੋਂ ਕਿਹੜੇ ਕੰਮ ਦੇ ਬਦਲੇ ਤੁਸੀਂ ਮੈਨੂੰ ਪੱਥਰਾ ਕਰਦੇ ਹੋ? ਯਹੂਦੀਆਂ ਨੇ ਉਹਨੂੰ ਉੱਤਰ ਦਿੱਤਾ ਕਿ ਅਸੀਂ ਤੈਨੂੰ ਚੰਗੇ ਕੰਮ ਪਿੱਛੇ ਪੱਥਰਾ ਨਹੀਂ ਕਰਦੇ। ਉਹ ਕਿਸ ਲਈ ਉਹਨਾਂ ਉੱਤੇ ਪੱਥਰਾ ਕਰਦੇ ਸੀ? ਪਰ ਕੁਫਰ ਪਿੱਛੇ, ਅਤੇ ਇਸ ਲਈ ਜੋ ਤੂੰ ਮਨੁੱਖ ਹੋ ਕੇ ਆਪਣੇ ਆਪ ਨੂੰ ਪਰਮੇਸ਼ੁਰ ਬਣਾਉਂਦਾ ਹੈ। ਉਹਨਾਂ ਦਾ ਜਵਾਬ ਇਹ ਸੀ ਕਿ ਉਹ ਯਿਸੂ ਨੂੰ ਪੱਥਰ ਮਾਰਨ ਲਈ ਪੱਥਰ ਕਿਉਂ ਚੁੱਕ ਰਹੇ ਸੀ। ਤੁਸੀਂ ਇੱਕ ਮਾਮੂਲੀ ਆਦਮੀ ਪਰਮੇਸ਼ਵਰ ਹੋਣ ਦਾ ਦਾਅਵਾ ਕਿਵੇਂ ਕਰ ਸਕਦੇ ਹੋ? ਹਾਲਾਂਕਿ ਯੂਹੰਨਾ ਅਧਿਆਇ 1 ਵਚਨ 1 ਅਤੇ 14 ਕੀ ਕਹਿੰਦਾ ਹੈ ਕਿ ਵਚਨ ਜੋ ਪਰਮੇਸ਼ਵਰ ਹੈ ਉਹ ਕੀ ਬਣ ਗਿਆ, ਅਤੇ ਸ਼ਬਦ ਦੇਹਧਾਰੀ ਹੋਇਆ ਅਤੇ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ। ਆਓ ਅਸੀਂ ਯਸਾਯਾਹ ਅਧਿਆਇ 9 ਦੀ ਭਵਿੱਖਬਾਣੀ ਨੂੰ ਦੇਖੀਏ। ਆਓ ਅਸੀਂ ਯਸਾਯਾਹ ਅਧਿਆਇ 9 ਵਚਨ 6 ਦੇ ਵਚਨਾਂ ਨੂੰ ਦੇਖੀਏ। ਸਾਡੇ ਲਈ ਤਾਂ ਇੱਕ ਬਾਲਕ ਜੰਮਿਆ, ਅਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ। ਰਾਜ ਉਹਦੇ ਮੋਢੇ ਉੱਤੇ ਹੋਵੇਗਾ, ਅਤੇ ਉਹਦਾ ਨਾਮ ਯਹੋਵਾ ਸੱਦਿਆ ਜਾਵੇਗਾ। ਅਚਰਜ ਸਲਾਹੂ, ਸ਼ਕਤੀਮਾਨ ਪਰਮੇਸ਼ੁਰ, ਅਨਾਦਿ ਪਿਤਾ, ਸ਼ਾਂਤੀ ਦਾ ਰਾਜਕੁਮਾਰ। ਉਹਦੇ ਰਾਜ ਦੀ ਤਰੱਕੀ ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ।
ਦਾਊਦ ਦੀ ਰਾਜ ਗੱਦੀ ਉੱਤੇ ਅਤੇ ਉਹਦੀ ਪਾਤਸ਼ਾਹੀ ਉੱਤੇ ਭਈ ਉਹ ਉਸ ਨੂੰ ਕਾਇਮ ਕਰੇ ਅਤੇ ਨਿਆਂ ਤੇ ਧਰਮ ਨਾਲ ਉਸ ਨੂੰ ਹੁਣ ਤੋਂ ਜੁਗੋ ਜੁਗ ਸੰਭਾਲੇ। ਸੈਨਾਨ ਦੇ ਯਹੋਵਾਹ ਦੀ ਅਣਖ ਇਹ ਕਰੇਗੀ। ਇਸ ਭਵਿੱਖਬਾਣੀ ਵਿੱਚ ਬਾਲਕ ਅਤੇ ਪੁੱਤਰ ਕੌਣ ਹੈ? ਉਹ ਯਿਸੂ ਨੂੰ ਦਰਸਾਉਂਦਾ ਹੈ। ਇਸ ਲਈ ਜਦੋਂ ਯਿਸੂ ਮਸੀਹ ਸਰੀਰ ਵਿੱਚ ਇਸ ਧਰਤੀ ਉੱਤੇ ਆਉਣਗੇ ਤਾਂ ਉਹਨਾਂ ਨੂੰ ਕੀ ਕਿਹਾ ਜਾਵੇਗਾ? ਅਚਰਜ, ਸਲਾਹੂ ਅਤੇ ਹੋਰ ਕੀ? ਹਾਲਾਂਕਿ ਉਹ ਇੱਕ ਬੱਚੇ ਦੇ ਰੂਪ ਵਿੱਚ ਆਏ, ਪਰ ਇੱਕ ਪੁੱਤਰ ਦੇ ਰੂਪ ਵਿੱਚ। ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਉਹਨਾਂ ਦਾ ਅਸਲੀ ਸੁਭਾਅ ਸ਼ਕਤੀਮਾਨ ਪਰਮੇਸ਼ਵਰ ਅਤੇ ਅਨਾਦਿ ਪਿਤਾ ਹੈ। ਹਾਲਾਂਕਿ ਕਿਉਂਕਿ ਉਹ ਇੱਕ ਸਧਾਰਨ ਪਰਿਵਾਰ ਵਾਂਗ ਧਰਤੀ ਤੇ ਆਏ, ਤਾਂ ਕੀ ਲੋਕਾਂ ਨੇ ਵਿਸ਼ਵਾਸ ਕੀਤਾ ਕਿ ਉਹ ਪਰਮੇਸ਼ਵਰ ਹਨ? ਮਨੁੱਖੀ ਦ੍ਰਿਸ਼ਟੀਕੋਣ ਤੋਂ ਉਹਨਾਂ ਨੂੰ ਪਰਮੇਸ਼ਵਰ ਦੇ ਰੂਪ ਵਿੱਚ ਪਹਿਚਾਨਣਾ ਅਸੰਭਵ ਹੁੰਦਾ। ਇਸ ਤਰ੍ਹਾਂ ਉਹਨਾਂ ਨੇ ਕੀ ਕਿਹਾ? ਅਤੇ ਧੰਨ ਉਹ ਜੋ ਮੇਰੇ ਕਾਰਨ ਠੋਕਰ ਨਾ ਖਾਵੇ। ਸਾਨੂੰ ਪਰਮੇਸ਼ਵਰ ਨੂੰ ਸਹੀ ਢੰਗ ਨਾਲ ਪਹਿਚਾਨਣ ਦੇ ਯੋਗ ਹੋਣਾ ਚਾਹੀਦਾ ਹੈ। ਕਿਉਂਕਿ ਉਹਨਾਂ ਨੇ ਉਹਨਾਂ ਨੂੰ ਨਹੀਂ ਪਹਿਚਾਣਿਆ, ਇਸ ਲਈ ਯਹੂਦਾ ਇਸਕਰਿਯੋਤੀ ਨੇ ਯਿਸੂ ਨੂੰ ਧੋਖਾ ਦਿੱਤਾ ਅਤੇ ਲੋਕਾਂ ਨੇ ਕਿਹਾ, ਡਾਕੂ ਬਰੱਬਾਸ ਨੂੰ ਛੱਡ ਦਿਓ, ਪਰ ਯਿਸੂ ਨੂੰ ਸਲੀਬ ਉੱਤੇ ਚੜ੍ਹਾ ਦਿਓ। ਜਿਨ੍ਹਾਂ ਨੇ ਉਹਨਾਂ ਨੂੰ ਪਹਿਚਾਣਿਆ, ਉਹਨਾਂ ਨੇ ਅਜਿਹਾ ਕੰਮ ਕਦੇ ਨਹੀਂ ਕੀਤਾ ਹੋਵੇਗਾ। ਇਸ ਯੁੱਗ ਵਿੱਚ ਵੀ ਅਜਿਹਾ ਹੀ ਹੈ। ਆਓ ਅਸੀਂ ਇਬਰਾਨੀਆਂ ਅਧਿਆਇ 9 ਖੋਲੀਏ। ਆਓ ਅਸੀਂ ਇਬਰਾਨੀਆਂ ਅਧਿਆਇ 9 ਵਚਨ 27 ਦੇਖੀਏ। ਅਤੇ ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ ਅਤੇ ਉਹਦੇ ਪਿੱਛੋਂ ਨਿਆਂ ਹੁੰਦਾ ਹੈ, ਤਿਵੇਂ ਮਸੀਹ ਵੀ ਬਾਹਲਿਆਂ ਦੇ ਪਾਪਾਂ ਨੂੰ ਚੁੱਕਣ ਲਈ ਇੱਕੋ ਹੀ ਵਾਰ ਚੜ੍ਹਾਇਆ ਗਿਆ ਅਤੇ ਉਹਨਾਂ ਉੱਤੇ ਜਿਹੜੇ ਉਹਨੂੰ ਉਡੀਕਦੇ ਹਨ। ਉਹ ਕਿੰਨੀ ਵਾਰ ਪ੍ਰਗਟ ਹੋਣਗੇ? ਪਾਪ ਦੇ ਕੰਮ ਤੋਂ ਅੱਡ ਹੋ ਕੇ ਮੁਕਤੀ ਲਈ ਦੂਈ ਵਾਰ ਪ੍ਰਗਟ ਹੋਵੇਗਾ। ਸਾਨੂੰ ਮੁਕਤੀ ਦੇਣ ਲਈ ਯਿਸੂ ਦਾ ਦੁਬਾਰਾ ਆਉਣਾ ਦੂਸਰੀ ਵਾਰ ਆਉਣਾ ਕਿਹਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਉਹ ਦੂਜੀ ਵਾਰ ਆਉਣਗੇ। ਫਿਰ ਉਹਨਾਂ ਦੇ ਪਹਿਲੀ ਵਾਰ ਆਉਣ ਅਤੇ ਉਹਨਾਂ ਦੇ ਦੂਜੀ ਵਾਰ ਆਉਣ ਦੇ ਹਾਲਾਤ ਵੱਖਰੇ ਹੋਣੇ ਚਾਹੀਦੇ ਹਨ। ਇਹ ਇਸ ਲਈ ਹੈ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਿਸ ਤਰ੍ਹਾਂ ਯਹੂਦੀ ਲੋਕਾਂ ਨੇ ਮਸੀਹ ਦੇ ਪਹਿਲੀ ਵਾਰ ਆਉਣ ਤੇ ਮਸੀਹ ਨੂੰ ਪ੍ਰਾਪਤ ਕੀਤਾ, ਉਹ ਗਲਤ ਸੀ, ਹੈ ਨਾ? ਫਿਰ ਸਾਨੂੰ ਉਹਨਾਂ ਦੇ ਦੂਸਰੀ ਵਾਰ ਆਉਣ ਤੇ ਕੀ ਕਰਨਾ ਚਾਹੀਦਾ ਹੈ? ਸਾਨੂੰ ਉਹਨਾਂ ਦੇ ਦੱਸੇ ਰਾਹ ਤੇ ਨਹੀਂ ਚੱਲਣਾ ਚਾਹੀਦਾ। ਸਾਨੂੰ ਕੀ ਕਰਨਾ ਚਾਹੀਦਾ ਹੈ? ਜਦੋਂ ਉਹ ਆਉਂਦੇ ਹਨ ਤਾਂ ਸਾਨੂੰ ਉਹਨਾਂ ਨੂੰ ਪਹਿਚਾਨਣਾ ਚਾਹੀਦਾ ਹੈ ਅਤੇ ਮੁਕਤੀ ਦੀਆਂ ਉਹਨਾਂ ਦੀਆਂ ਸਿੱਖਿਆਵਾਂ ਦਾ ਪਾਲਣ ਕਰਨਾ ਚਾਹੀਦਾ ਹੈ, ਹੈ ਨਾ? ਬਦਕਿਸਮਤੀ ਨਾਲ 8 ਅਰਬ ਲੋਕਾਂ ਵਿੱਚੋਂ ਬਹੁਤ ਸਾਰੇ ਲੋਕ ਉਹਨਾਂ ਨੂੰ ਪਹਿਚਾਨ ਨਹੀਂ ਪਾਉਂਦੇ ਹਨ। ਕਿਉਂਕਿ ਬਹੁਤ ਸਾਰੇ ਨਹੀਂ ਹਨ, ਇਸ ਲਈ ਸੱਚਾਈ ਦੇ ਇਸ ਮਾਰਗ ਨੂੰ ਕੀ ਕਿਹਾ ਜਾਂਦਾ ਹੈ? ਇਸ ਨੂੰ ਤੰਗ ਰਸਤਾ ਕਿਹਾ ਜਾਂਦਾ ਹੈ, ਜਾਂ ਇਸ ਨੂੰ ਤੰਗ ਦਰਵਾਜ਼ੇ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ। ਕੀ ਬਾਈਬਲ ਕਹਿੰਦੀ ਹੈ ਕਿ ਬਹੁਤ ਸਾਰੇ ਲੋਕ ਇਸ ਰਾਹੀਂ ਪ੍ਰਵੇਸ਼ ਕਰਦੇ ਹਨ? ਨਹੀਂ, ਬਹੁਤ ਸਾਰੇ ਲੋਕ ਇਸ ਰਾਹੀਂ ਪ੍ਰਵੇਸ਼ ਨਹੀਂ ਕਰਦੇ ਹਨ। ਕੀ ਇਹ ਮੱਤੀ ਅਧਿਆਇ 7 ਵਿੱਚ ਅਜਿਹਾ ਨਹੀਂ ਕਹਿੰਦਾ ਹੈ? ਮੇਰੀ ਇੱਛਾ ਹੈ ਕਿ ਸਾਰੀ ਮਨੁੱਖ ਜਾਤੀ ਨੂੰ ਬਚਾਇਆ ਜਾ ਸਕੇ, ਪਰ ਬਾਈਬਲ ਕਹਿੰਦੀ ਹੈ ਕਿ ਸਾਰੀ ਮਨੁੱਖ ਜਾਤੀ ਨੂੰ ਇਸ ਤਰ੍ਹਾਂ ਜਾਣਨ ਦੀ ਇਜਾਜ਼ਤ ਨਹੀਂ ਹੈ। ਕਿਉਂਕਿ ਇਹ ਲਿਖਿਆ ਹੈ, ਉਹ ਮੁਕਤੀ ਲਈ ਦੂਜੀ ਵਾਰ ਪ੍ਰਗਟ ਹੋਣਗੇ। ਕੇਵਲ ਜਦੋਂ ਉਹ ਦੂਜੀ ਵਾਰ ਆਉਣਗੇ ਤਾਂ ਮੁਕਤੀ ਦਾ ਰਾਹ ਖੋਲ੍ਹਿਆ ਜਾਵੇਗਾ, ਅਤੇ ਜੇਕਰ ਉਹ ਨਹੀਂ ਆਉਂਦੇ ਤਾਂ ਮਨੁੱਖ ਹਨੇਰੇ ਵਿੱਚ ਰਹਿਣਗੇ। ਜਦੋਂ ਤੱਕ ਉਹ ਇਸ ਧਰਤੀ ਤੇ ਦੂਜੀ ਵਾਰ ਨਹੀਂ ਆਉਂਦੇ, ਤਦ ਤੱਕ ਕੋਈ ਵੀ ਮਨੁੱਖ ਇਹ ਨਹੀਂ ਸਮਝ ਸਕੇਗਾ ਕਿ ਸੱਚ ਕੀ ਹੈ ਅਤੇ ਝੂਠ ਕੀ ਹੈ। ਹਨੇਰੇ ਯੁੱਗ ਦੇ ਦੌਰਾਨ 321 ਈਸਵੀ ਸਨ ਵਿੱਚ ਸਬਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। 325 ਈਸਵੀ ਵਿੱਚ ਪਸਾਹ ਨੂੰ ਖਤਮ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ 354 ਈਸਵੀ ਵਿੱਚ ਕ੍ਰਿਸਮਸ, ਜੋ ਬਾਈਬਲ ਵਿੱਚ ਨਹੀਂ ਹੈ, ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਜਿਵੇਂ ਕਿ ਇਹ ਬਾਈਬਲ ਦੀ ਸਿੱਖਿਆ ਸੀ। ਇਸ ਤੋਂ ਇਲਾਵਾ ਚਰਚ ਦੇ ਸਿਖਰ ਤੇ ਸਲੀਬ ਬਣਾਈ ਗਈ ਸੀ। ਸਬਤ ਅਤੇ ਪਸਾਹ ਤੋਂ ਸ਼ੁਰੂ ਹੋ ਕੇ ਮਸੀਹ ਦੀ ਸੱਚਾਈ ਇੱਕ
ਇੱਕ ਕਰਕੇ ਅਲੋਪ ਹੋ ਗਈ, 안식일부터 없어지고 ਜਦੋਂ ਕਿ ਉਹ ਚੀਜ਼ਾਂ ਜੋ ਪਹਿਲਾਂ ਕਦੇ ਨਹੀਂ ਸੀ, ਉਹ ਪ੍ਰਗਟ ਹੁੰਦੀਆਂ ਰਹੀਆਂ। 없어져 갑니다. ਇਸ ਕਿਸਮ ਦੇ ਚਰਚ ਜਿਨ੍ਹਾਂ ਨੂੰ ਅਸੀਂ ਹੁਣ ਦੇਖਦੇ ਹਾਂ, ਹਨੇਰੇ ਯੁੱਗ ਦੇ ਨਤੀਜੇ ਵਜੋਂ ਬਣਾਈਆਂ ਗਈਆਂ ਸੀ, ਕਿਉਂਕਿ ਚਰਚਾਂ ਵਿੱਚ ਹੁਣ ਮਸੀਹ ਦੀਆਂ ਸਿੱਖਿਆਵਾਂ ਨਹੀਂ ਹਨ, 이교주의적인 어떤 그런 ਪਰ ਉਹ ਮੂਰਤੀ ਪੂਜਾ ਦੇ ਧਾਰਮਿਕ ਰੀਤੀ ਰਿਵਾਜਾਂ ਨਾਲ ਭਰੇ ਹੋਏ ਹਨ। 가득히 채워져 있으니까 ਇਸ ਲਈ ਇਹ ਇੱਕ ਸਪਸ਼ਟ ਕਾਰਨ ਹੈ ਕਿ ਮਸੀਹ ਨੂੰ ਇਸ ਧਰਤੀ ਤੇ ਦੂਜੀ ਵਾਰ ਆਉਣਾ ਚਾਹੀਦਾ ਹੈ। 분명한 이유가 생기게 된 것이죠. ਫਿਰ ਉਹਨਾਂ ਨੂੰ ਪ੍ਰਾਪਤ ਕਰਨ ਲਈ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿੱਥੋਂ ਆਉਣਗੇ, ਉਹ ਕਿਹੜੀ ਸੱਚਾਈ ਲਿਆਉਣਗੇ ਅਤੇ ਉਹ ਕਿਹੜਾ ਚਿੰਨ੍ਹ ਲਿਆਉਣਗੇ, ਹੈ ਨਾ? ਉਹਨਾਂ ਦੇ ਪਹਿਲੀ ਵਾਰ ਆਉਣ ਦੇ ਸਮੇਂ ਲੋਕਾਂ ਨੇ ਉਹਨਾਂ ਨੂੰ ਨਹੀਂ ਪਹਿਚਾਣਿਆ। ਹਰ ਵਾਰ ਜਦੋਂ ਉਹਨਾਂ ਨੇ ਪ੍ਰਚਾਰ ਕੀਤਾ ਤਾਂ ਉਹਨਾਂ ਨੇ ਉਹਨਾਂ ਦੇ ਵਚਨਾਂ ਦੇ ਵਿਰੁੱਧ ਬਹਿਸ ਕੀਤੀ ਅਤੇ ਉਹਨਾਂ ਦੇ ਵਿਰੁੱਧ ਵਿਰੋਧ ਕੀਤਾ। ਇਸ ਤਰ੍ਹਾਂ ਇਸਰਾਏਲੀਆਂ ਨੇ ਯਿਸੂ ਮਸੀਹ ਤੇ ਦੋਸ਼ ਲਗਾਉਂਦੇ ਹੋਏ ਉਹਨਾਂ ਨੂੰ ਪ੍ਰੀਖਿਆ ਵਿੱਚ ਪਾਇਆ ਅਤੇ ਉਹਨਾਂ ਨੂੰ ਸਲੀਬ ਤੇ ਚੜ੍ਹਾ ਦਿੱਤਾ, ਜੋ ਪਾਪ ਤੋਂ ਰਹਿਤ ਸੀ। ਅੱਜ ਇਹ ਖੁਸ਼ਖਬਰੀ ਸਿਰਫ ਯਹੂਦੀ ਸਮਾਜ ਦੇ ਅੰਦਰ ਹੀ ਨਹੀਂ ਹੈ, ਪੂਰੀ ਦੁਨੀਆ ਵਿੱਚ ਇਸ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਹੁਣ ਆਓ ਅਸੀਂ ਇਸ ਭਵਿੱਖਬਾਣੀ ਦੀ ਪੁਸ਼ਟੀ ਕਰੀਏ ਕਿ ਉਹ ਇਸ ਧਰਤੀ ਤੇ ਦੂਜੀ ਵਾਰ ਫਿਰ ਤੋਂ ਆਉਣਗੇ। ਆਓ ਅਸੀਂ ਮੀਕਾਹ ਅਧਿਆਇ 4 ਵਚਨ 1 ਦੇਖੀਏ। ਆਖਰੀ ਦਿਨਾਂ ਵਿੱਚ ਇਉਂ ਹੋਵੇਗਾ ਕਿ ਯਹੋਵਾ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰ ਤੇ ਕਾਇਮ ਕੀਤਾ ਜਾਵੇਗਾ ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ ਅਤੇ ਉਮਤਾਂ ਉਸ ਦੀ ਵੱਲ ਵਗਣਗੀਆਂ। ਜਦੋਂ ਇਹ ਕਹਿੰਦਾ ਹੈ ਆਖਰੀ ਦਿਨਾਂ ਵਿੱਚ, ਇਹ ਖੁਸ਼ਖਬਰੀ ਦੇ ਯੁੱਗ ਦੇ ਅੰਤ ਨੂੰ ਦਰਸਾਉਂਦਾ ਹੈ। ਆਖਰੀ ਦਿਨਾਂ ਵਿੱਚ ਇਉਂ ਹੋਵੇਗਾ ਕਿ ਯਹੋਵਾ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰ ਤੇ ਕਾਇਮ ਕੀਤਾ ਜਾਵੇਗਾ ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ ਅਤੇ ਉਮਤਾਂ ਉਸ ਦੀ ਵੱਲ ਵਗਣਗੀਆਂ। ਬਹੁਤੀਆਂ ਕੌਮਾਂ ਆਉਣਗੀਆਂ ਅਤੇ ਆਖਣਗੀਆਂ, ਆਓ ਅਸੀਂ ਯਹੋਵਾ ਦੇ ਪਰਬਤ ਉੱਤੇ ਯਾਕੂਬ ਦੇ ਪਰਮੇਸ਼ੁਰ ਦੇ ਭਵਨ ਨੂੰ ਚੜ੍ਹੀਏ। ਭਈ ਉਹ ਕੀ ਕਰਨਗੇ? ਸਾਨੂੰ ਆਪਣੇ ਰਾਹ ਵਿਖਾਵੇ। ਆਖਰੀ ਦਿਨਾਂ ਵਿੱਚ ਜਦੋਂ ਉਹ ਦੂਜੀ ਵਾਰ ਆਉਣਗੇ ਤਾਂ ਉਹ ਕੀ ਕਰਨਗੇ? ਉਹ ਸਾਨੂੰ ਆਪਣੇ ਰਾਹ ਸਿਖਾਉਣਗੇ। ਭਈ ਉਹ ਸਾਨੂੰ ਆਪਣੇ ਰਾਹ ਵਿਖਾਵੇ ਅਤੇ ਅਸੀਂ ਉਹਦੇ ਮਾਰਗਾਂ ਵਿੱਚ ਚੱਲੀਏ, ਕਿਉਂ ਜੋ ਵਿਵਸਥਾ ਕਾਨੂੰਨ ਕਿੱਥੋਂ ਨਿਕਲੇਗਾ? ਸੀਯੋਨ ਤੋਂ ਨਿਕਲੇਗੀ ਅਤੇ ਯਹੋਵਾ ਦਾ ਬਚਨ ਯਰੂਸ਼ਲਮ ਤੋਂ। ਇਹ ਬਾਈਬਲ ਸਾਨੂੰ ਸਿਖਾਉਂਦੀ ਹੈ। ਫਿਰ ਅੰਤ ਦੇ ਦਿਨਾਂ ਵਿੱਚ ਸਾਨੂੰ ਮਸੀਹ ਨੂੰ ਲੱਭਣ ਲਈ ਕਿੱਥੇ ਜਾਣਾ ਚਾਹੀਦਾ ਹੈ ਜੋ ਦੂਜੀ ਵਾਰ ਆਉਂਦੇ ਹਨ? ਸਾਨੂੰ ਸੀਯੋਨ ਜਾਣਾ ਚਾਹੀਦਾ ਹੈ, ਜਿੱਥੇ ਉਹ ਜੀਵਨ ਦਾ ਰਾਹ ਸਿਖਾਉਂਦੇ ਹਨ। ਸੀਯੋਨ ਵਿੱਚ ਕੌਣ ਹੈ? ਆਓ ਅਸੀਂ ਜ਼ਬੂਰਾਂ ਦੀ ਪੋਥੀ 132 ਅਧਿਆਇ ਉੱਤੇ ਜਾਈਏ। ਜ਼ਬੂਰਾਂ ਦੀ ਪੋਥੀ ਅਧਿਆਇ 132 ਵਚਨ 13। ਯਹੋਵਾਹ ਨੇ ਉਹਨਾਂ ਨੇ ਕੀ ਚੁਣਿਆ ਹੈ? ਤਾਂ ਸੀਯੋਨ ਨੂੰ ਚੁਣਿਆ। ਉਹਨੇ ਆਪਣੇ ਵੇਸੇਬੇ ਲਈ ਉਹਨੂੰ ਪਸੰਦ ਕੀਤਾ। ਇਹ ਸਦਾ ਲਈ ਮੇਰਾ ਵਿਸਰਾਮ ਧਾਮ ਹੋਵੇਗਾ। ਮੈਂ ਇੱਥੇ ਵਸਾਂਗਾ। ਮੈਂ ਇਸ ਨੂੰ ਪਸੰਦ ਜੋ ਕਰ ਲਿਆ ਹੈ। ਮੈਂ ਉਹਦੇ ਰਿਜ਼ਕ ਵਿੱਚ ਕਾਫੀ ਬਰਕਤ ਦਿਆਂਗਾ ਅਤੇ ਉਹਦੇ ਕੰਗਾਲਾਂ ਨੂੰ ਰੋਟੀ ਨਾਲ ਰਜਾਵਾਂਗਾ। ਮੈਂ ਉਹਦੇ ਜਾਜਕਾਂ ਨੂੰ ਮੁਕਤੀ ਦਾ ਲਿਬਾਸ ਪਵਾਵਾਂਗਾ ਤੇ ਉਹਦੇ ਸੰਤ ਖੁਸ਼ੀ ਦੇ ਜੈਕਾਰੇ ਗਜਾਉਣਗੇ। ਪਰਮੇਸ਼ਵਰ ਨੇ ਕਿਹਾ ਕਿ ਉਹ ਸੀਯੋਨ ਵਿੱਚ ਕੀ ਕਰਨਗੇ? ਉਹਨਾਂ ਨੇ ਕਿਹਾ ਕਿ ਉਹ ਉਸਦੇ ਜਾਜਕਾਂ ਨੂੰ ਮੁਕਤੀ ਦੇ ਕੱਪੜੇ ਪਹਿਨਾਏਗਾ। ਉਹਨਾਂ ਨੇ ਸੀਯੋਨ ਨੂੰ ਕੀ ਹੋਣ ਲਈ ਚੁਣਿਆ? ਪਰਮੇਸ਼ਵਰ ਨੇ ਸੀਯੋਨ ਨੂੰ ਆਪਣਾ ਨਿਵਾਸ ਸਥਾਨ ਯਾਨੀ ਪਰਮੇਸ਼ਵਰ ਦਾ ਘਰ ਚੁਣਿਆ। ਫਿਰ ਸੀਯੋਨ ਆਤਮਿਕ ਤੌਰ ਤੇ ਕਿਸ ਕਿਸਮ ਦੀ ਜਗ੍ਹਾ ਦਾ ਜ਼ਿਕਰ ਕਰਦਾ ਹੈ? ਆਓ ਅਸੀਂ ਯਸਾਯਾਹ ਅਧਿਆਇ 33 ਵਚਨ 20 ਨੂੰ ਦੇਖੀਏ। ਯਸਾਯਾਹ ਅਧਿਆਇ 33 ਵਚਨ 20 ਵਿੱਚ ਇਹ ਲਿਖਿਆ ਹੈ, ਸੀਯੋਨ ਨੂੰ ਤੱਕ ਸਾਡੇ ਮਿੱਥੇ ਹੋਏ ਪਰਬਾਂ ਦਾ ਨਗਰ। ਫਿਰ ਸੀਯੋਨ ਉਹ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਪਰਮੇਸ਼ਵਰ ਦੇ ਪਰਬ ਮਨਾਏ ਜਾਂਦੇ ਹਨ। ਸੀਯੋਨ ਉਹ ਥਾਂ ਹੈ ਜਿੱਥੇ ਪਰਮੇਸ਼ਵਰ ਦੇ ਪਰਬ ਹਨ। ਕੁਝ ਲੋਕ ਪੁੱਛ ਸਕਦੇ ਹਨ, ਪਰਮੇਸ਼ਵਰ ਦੇ ਪਰਬ ਕਿਹੜੇ ਹਨ? ਆਓ ਜਾਣੀਏ ਕਿ ਪਰਮੇਸ਼ਵਰ ਦੇ ਪਰਬ ਕੀ ਹਨ।
레위기서 ਆਓ ਅਸੀਂ 23장 ਲੇਵੀਆਨ ਦੀ 2 ਪੋਥੀ 절로 ਅਧਿਆਇ 23 ਵਚਨ 2 ਉੱਤੇ ਜਾਈਏ। 이스라엘 ਯਹੋਵਾ 자손에게 ਮੂਸਾ ਨਾਲ 보아이르라. ਬੋਲਿਆ ਕਿ ਇਸਰਾਏਲੀਆਂ ਨੂੰ ਇਉਂ ਬੋਲ, ਜਿਹੜੇ ਯਹੋਵਾ ਦੇ ਪਰਬ ਹਨ, ਜੋ ਤੁਸਾਂ ਪਵਿੱਤਰ ਮੇਲੇ ਕਰਨੇ ਸੋ ਇਹ ਮੇਰੇ ਪਰਬ ਹਨ। ਵਚਨ 3 6 ਦਿਨ ਕੰਮ ਕੀਤਾ ਜਾਵੇ ਪਰ 7ਵਾਂ ਦਿਨ ਕਿਹੜਾ ਹੈ? 뭐라고 했죠? ਹਫ਼ਤਾਵਾਰੀ ਪਰਬ ਅਤੇ ਸਾਲਾਨਾ ਪਰਬ ਹਨ। 주간 절기가 있고 1년에 한 번씩 지키는 연간 절기가 있습니다. ਹਫ਼ਤਾਵਾਰੀ ਪਰਬਾਂ ਵਿੱਚੋਂ ਸਬਤ ਦਾ ਦਿਨ ਹੈ। 안식일이라는 이와 같은 절기가 있다고 했습니다. ਆਓ ਅਸੀਂ ਫਿਰ ਤੋਂ ਵਚਨ 3 ਨੂੰ ਵੇਖੀਏ। 6 ਦਿਨ ਕੰਮ ਕੀਤਾ ਜਾਵੇ ਪਰ 7ਵਾਂ ਦਿਨ ਵਿਸਰਾਮ ਦਾ ਸਬਤ ਇੱਕ ਪਵਿੱਤਰ ਮੇਲਾ ਹੈ। ਤੁਸਾਂ ਉਸ ਦੇ ਵਿੱਚ ਕੋਈ ਕੰਮ ਨਾ ਕਰਨਾ। ਇਹ ਤੁਹਾਡੇ ਸਭਨਾਂ ਵਸੇਬਿਆਂ ਵਿੱਚ ਯਹੋਵਾ ਦਾ ਸਬਤ ਹੈ। ਵਚਨ 4 ਜਿਹੜੇ ਤੁਸਾਂ ਉਹਨਾਂ ਦੀਆਂ ਵੇਲਿਆਂ ਸਿਰ ਹੋਕਾ ਦੇਣਾ ਹੈ, ਸੋ ਯਹੋਵਾ ਦੇ ਪਰਬ ਅਤੇ ਪਵਿੱਤਰ ਮੇਲੇ ਇਹ ਹਨ। ਪਹਿਲੇ ਮਹੀਨੇ ਦੀ 14ਵੀਂ ਮਿਤੀ ਨੂੰ ਸੰਧਿਆ ਵੇਲੇ ਤਾਹੀਂ ਯਹੋਵਾ ਦਾ ਪਸਾਹ ਦਾ ਪਰਬ ਹੈ ਅਤੇ ਉਸ ਮਹੀਨੇ ਦੀ 15ਵੀਂ ਮਿਤੀ ਯਹੋਵਾ ਦੀ ਪਤੀਰੀ ਰੋਟੀ ਦਾ ਪਰਬ ਹੈ। ਸਾਲਾਨਾ ਪਰਬ ਪਸਾਹ, ਅਖਮੀਰੀ ਰੋਟੀ, ਪਹਿਲੇ ਫਲ ਦਾ, ਹਫ਼ਤਿਆਂ ਦਾ ਪਰਬ, ਤੁਰੀਆਂ ਦਾ ਪਰਬ, ਪ੍ਰਾਸ਼ਚਿਤ ਦਾ ਦਿਨ ਅਤੇ ਡੇਰਿਆਂ ਦਾ ਪਰਬ ਹੈ। ਅੱਜ ਸਾਡੇ ਆਲੇ ਦੁਆਲੇ ਅਣਗਿਣਤ ਚਰਚ ਹਨ, ਜਿਵੇਂ ਸਮੁੰਦਰ ਦੇ ਕਿਨਾਰੇ ਦੀ ਰੇਤ, ਪਰ ਉਹ ਕੀ ਮਨਾਉਂਦੇ ਹਨ? 대다수가 뭘 지키고 있습니까? ਉਹ ਐਤਵਾਰ ਦੀ ਆਰਾਧਨਾ ਮਨਾਉਂਦੇ ਹਨ, ਸਬਤ ਦਾ ਦਿਨ ਨਹੀਂ। 안식일 예배를 지키지 않습니다. ਸਬਤ ਦੇ ਦਿਨ ਨੂੰ ਨਾ ਮਨਾਉਣ ਦਾ ਮਤਲਬ ਹੈ ਪਰਮੇਸ਼ਵਰ ਦੇ ਪਰਬਾਂ ਨੂੰ ਨਾ ਮਨਾਉਣਾ। 지키지 않고 있다는 뜻이 되겠습니다. ਉਹ ਜਗ੍ਹਾ ਜਿਹੜੀ ਪਰਮੇਸ਼ਵਰ ਦੇ ਪਰਬਾਂ ਨੂੰ ਨਹੀਂ ਮਨਾਉਂਦੀ, ਉਹ ਕਦੇ ਵੀ ਸੀਯੋਨ ਨਹੀਂ ਹੋ ਸਕਦੀ। ਫਿਰ ਕੀ ਪਰਮੇਸ਼ਵਰ ਅਜਿਹੀ ਜਗ੍ਹਾ ਵਿੱਚ ਵਸਣਗੇ ਜੋ ਸੀਯੋਨ ਨਹੀਂ ਹੈ? ਇਹ ਆਖਰੀ ਦਿਨਾਂ ਵਿੱਚ ਕਦੇ ਵੀ ਪਰਮੇਸ਼ਵਰ ਦਾ ਨਿਵਾਸ ਸਥਾਨ ਨਹੀਂ ਹੋ ਸਕਦਾ। ਪਰਮੇਸ਼ਵਰ ਨੇ ਕਿਹਾ ਕਿ ਉਹ ਸੀਯੋਨ ਨੂੰ ਸਦਾ ਲਈ ਆਪਣਾ ਆਰਾਮ ਸਥਾਨ ਬਣਾਉਣਗੇ। ਫਿਰ ਇਕੱਲੇ ਸਬਤ ਦੇ ਦਿਨ ਨੂੰ ਦੇਖਣ ਦੁਆਰਾ ਕੀ ਤੁਸੀਂ ਉਸ ਚਰਚ ਵਿੱਚ ਫਰਕ ਕਰ ਸਕਦੇ ਹੋ ਜਿੱਥੇ ਪਰਮੇਸ਼ਵਰ ਰਹਿੰਦੇ ਹਨ ਅਤੇ ਉਹ ਚਰਚ ਜਿੱਥੇ ਪਰਮੇਸ਼ਵਰ ਨਿਵਾਸ ਕਰਦੇ ਹਨ? ਹਾਂ, ਤੁਸੀਂ ਕਰ ਸਕਦੇ ਹੋ। ਸੱਚਾਈ ਦੇ ਸਾਰੇ ਨਿਯਮ ਨਸ਼ਟ ਹੋ ਗਏ। ਹਾਲਾਂਕਿ ਪਰਮੇਸ਼ਵਰ ਦੂਜੀ ਵਾਰ ਇਸ ਧਰਤੀ ਤੇ ਆਏ, ਸੱਚਾਈ ਦੇ ਨਿਯਮਾਂ ਨੂੰ ਦੁਬਾਰਾ ਸਥਾਪਿਤ ਕੀਤਾ ਅਤੇ ਸਾਨੂੰ ਇਸ ਯੁੱਗ ਵਿੱਚ ਸਭ ਕੁਝ ਸਿਖਾਇਆ। ਕੀ ਇਹੀ ਕਾਰਨ ਨਹੀਂ ਹੈ ਕਿ ਅਸੀਂ ਸਬਤ ਦਾ ਦਿਨ, ਸਾਹ, 3 ਵਾਰ ਦੇ 7 ਪਰਬ ਅਤੇ ਨਵੇਂ ਨੇਮ ਦੀ ਸਾਰੀ ਸੱਚਾਈ ਨੂੰ ਸਮਝ ਸਕਦੇ ਹਾਂ? ਅਜਿਹੇ ਪਰਬਾਂ ਦੇ ਨਗਰ ਵਿੱਚ ਅਸੀਂ ਕਿਸ ਨੂੰ ਮਿਲ ਸਕਦੇ ਹਾਂ? ਅਸੀਂ ਸੀਯੋਨ ਵਿੱਚ ਰਹਿਣ ਵਾਲੇ ਪਰਮੇਸ਼ਵਰ ਨੂੰ ਮਿਲ ਸਕਦੇ ਹਾਂ। ਅੰਤ ਦੇ ਦਿਨਾਂ ਵਿੱਚ ਅਸੀਂ ਪਰਮੇਸ਼ਵਰ ਨੂੰ ਕਿੱਥੇ ਲੱਭ ਸਕਦੇ ਹਾਂ? ਅਸੀਂ ਉਹਨਾਂ ਨੂੰ ਸੀਯੋਨ ਵਿੱਚ ਲੱਭ ਸਕਦੇ ਹਾਂ। ਬਾਈਬਲ ਸਾਨੂੰ ਦੱਸਦੀ ਹੈ ਕਿ ਉਹ ਨਵੇਂ ਨੇਮ ਦੀ ਜੀਵਨ ਦੀ ਵਿਵਸਥਾ ਦੀ ਘੋਸ਼ਣਾ ਕਰਦੇ ਹਨ ਅਤੇ ਉੱਥੇ ਮਨੁੱਖ ਜਾਤੀ ਨੂੰ ਸਿਖਾਉਂਦੇ ਹਨ। ਫਿਰ ਅੱਜ ਦੁਨੀਆ ਦੇ ਹੋਰ ਚਰਚਾਂ ਵਿੱਚ ਸਬਤ ਅਤੇ ਪਸਾਹ ਕਿਉਂ ਨਹੀਂ ਹੈ? ਉਹ ਪਰਮੇਸ਼ਵਰ ਦੇ ਪਰਬਾਂ ਨੂੰ ਮਨਾਉਣ ਵਿੱਚ ਅਸਮਰੱਥ ਕਿਉਂ ਹਨ? ਦਾਨੀਏਲ ਅਧਿਆਇ 7 ਸਾਨੂੰ ਇਸ ਦਾ ਜਵਾਬ ਦਿੰਦਾ ਹੈ। ਆਓ ਅਸੀਂ ਦਾਨੀਏਲ ਅਧਿਆਇ 7 ਵਚਨ 25 ਨੂੰ ਇਕੱਠੇ ਪੜ੍ਹੀਏ। ਦਾਨੀਏਲ ਅਧਿਆਇ 7 ਵਚਨ 25 ਵਿੱਚ ਇਹ ਲਿਖਿਆ ਹੈ, ਉਹ ਅੱਤ ਮਹਾਨ ਦੇ ਵਿਰੁੱਧ ਹੰਕਾਰ ਦੀਆਂ ਗੱਲਾਂ ਬੋਲੇਗਾ। ਬਾਈਬਲ ਵਿੱਚ ਅੱਤ ਮਹਾਨ ਪਰਮੇਸ਼ਵਰ ਨੂੰ ਦਰਸਾਉਂਦਾ ਹੈ। ਕੇਵਲ ਪਰਮੇਸ਼ਵਰ ਨੂੰ ਹੀ ਅੱਤ ਮਹਾਨ ਕਿਹਾ ਜਾ ਸਕਦਾ ਹੈ। ਫਿਰ ਉਹ ਕੌਣ ਹੈ ਜੋ ਪਰਮੇਸ਼ਵਰ ਦੇ ਵਿਰੁੱਧ ਬੋਲਣ ਦੀ ਸਥਿਤੀ ਵਿੱਚ ਹੈ? ਇਹ ਸ਼ੈਤਾਨ ਹੈ। ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਉਹ ਅੱਤ ਮਹਾਨ ਦੇ ਵਿਰੁੱਧ ਹੰਕਾਰ ਦੀਆਂ ਗੱਲਾਂ ਬੋਲੇਗਾ ਅਤੇ ਉਹ ਕੀ ਕਰੇਗਾ? ਅੱਤ ਮਹਾਨ ਦੇ ਸੰਤਾਂ ਨੂੰ ਦੁਖਾਵੇਗਾ ਅਰ ਚਾਹੇਗਾ। ਉਹ ਕੀ ਬਦਲਣ ਦੀ ਕੋਸ਼ਿਸ਼ ਕਰੇਗਾ ਕਿ ਮੁਕਰਰ ਸਮਿਆਂ ਅਤੇ ਵਿਵਸਥਾ ਨੂੰ ਬਦਲ ਦੇਵੇ ਅਤੇ ਉਹ ਇਹਦੇ ਹੱਥ ਵਿੱਚ ਦਿੱਤੇ ਜਾਣਗੇ ਇੱਥੋਂ ਤੀਕ ਜੋ ਇੱਕ ਸਮਾਂ ਅਤੇ ਸਮੇਂ ਅਰ ਅੱਧਾ ਸਮਾਂ ਲੰਘ ਜਾਏਗਾ। ਫਿਰ ਨਿਆਉਣ ਸਭਾ ਬੈਠੇਗੀ ਅਤੇ ਉਹ ਉਹਦਾ ਰਾਜ ਉਸ ਤੋਂ ਲੈ ਲਵੇਗੀ, ਇਸ ਲਈ ਜੋੜਕ ਤੀਕਰ ਉਹਦਾ ਨਾਸ ਅਤੇ ਨਿਸ਼ਟ ਕਰ ਸੁੱਟਣ। ਜਿਵੇਂ ਕਿ ਦਾਨੀਏਲ ਅਧਿਆਇ 7 ਨੇ ਭਵਿੱਖਬਾਣੀ ਕੀਤੀ ਸੀ, ਚੌਥੀ ਸਦੀ ਦੇ ਆਸ-ਪਾਸ ਪਰਮੇਸ਼ਵਰ ਦੇ ਨਿਰਧਾਰਤ ਸਮੇਂ ਅਤੇ ਵਿਵਸਥਾ ਬਦਲਣ ਲੱਗੀ ਅਤੇ ਇਹ ਤੇਜ਼ੀ ਨਾਲ ਵਧਣ ਲੱਗੀ। ਬੇਸ਼ੱਕ ਇਸ ਤੋਂ ਪਹਿਲਾਂ ਵੀ ਕੁਧਰਮ ਦੇ ਛੋਟੇ ਸੰਕੇਤ ਸੀ। ਹਾਲਾਂਕਿ ਇਹ 321 ਈਸਵੀ ਵਿੱਚ ਗੰਭੀਰਤਾ ਨਾਲ ਸ਼ੁਰੂ ਹੋਇਆ ਜਦੋਂ ਰੋਮਨ ਸਾਮਰਾਜ
일요일 ਜਿਸ ਨੇ 휴업 ਸੂਰਜ 법을 ਪਰਮੇਸ਼ਵਰ ਦੀ 내리는 ਪੂਜਾ ਕੀਤੀ, ਨੇ ਸਬਤ ਦੇ ਦਿਨ ਨੂੰ ਖਤਮ ਕਰ ਦਿੱਤਾ ਅਤੇ ਐਤਵਾਰ ਦਾ ਕਾਨੂੰਨ ਸਥਾਪਿਤ ਕੀਤਾ। 로마에서부터 이와 같은 ਇਸ ਤੋਂ 일들이 ਇਲਾਵਾ 시작되게 325 ਈਸਵੀ ਵਿੱਚ ਨੀਕੀਆ ਨਾਮਕ ਸਥਾਨ ਵਿੱਚ ਪਸਾਹ ਨੂੰ ਨਸ਼ਟ ਕਰ ਦਿੱਤਾ ਗਿਆ ਸੀ। 유월절을 또 없애는 이와 같은 일들이 ਫਿਰ 354 ਈਸਵੀ ਵਿੱਚ ਕ੍ਰਿਸਮਸ ਦੀ ਸ਼ੁਰੂਆਤ ਕੀਤੀ ਗਈ ਅਤੇ ਉਸ ਤੋਂ ਬਾਅਦ ਸਲੀਬ ਨੂੰ ਪੇਸ਼ ਕੀਤਾ ਗਿਆ ਅਤੇ ਉਸ ਨੂੰ ਖੜਾ ਕੀਤਾ ਜਾਣ ਲੱਗਾ। ਇਹ ਸਾਰੀਆਂ ਮੂਰਤੀ ਪੂਜਕ ਪ੍ਰਥਾਵਾਂ ਨੇ ਇੱਕ ਕਰਕੇ ਚਰਚ ਵਿੱਚ ਪ੍ਰਵੇਸ਼ ਕੀਤਾ ਅਤੇ ਅੱਜ ਵਾਂਗ ਚਰਚ ਦਾ ਗਠਨ ਕੀਤਾ। ਇਹ ਚਰਚ ਉਹ ਚਰਚ ਨਹੀਂ ਹੈ ਜਿਨ੍ਹਾਂ ਨੂੰ ਯਿਸੂ ਨੇ ਸਥਾਪਿਤ ਕੀਤਾ ਸੀ। 10 ਹੁਕਮਾਂ ਵਿੱਚੋਂ ਵੀ ਪਰਮੇਸ਼ਵਰ ਨੇ ਸਾਨੂੰ ਚੌਥੇ ਹੁਕਮ ਦੇ ਰੂਪ ਵਿੱਚ ਤੂੰ ਸਬਤ ਦੇ ਦਿਨ ਨੂੰ ਪਵਿੱਤਰ ਜਾਣ ਕੇ ਚੇਤੇ ਰੱਖ ਦਾ ਹੁਕਮ ਦਿੱਤਾ। ਪਰ ਕੈਥੋਲਿਕ ਚਰਚ ਨੇ ਇਸ ਨੂੰ ਪ੍ਰਭੂ ਦੇ ਦਿਨ ਨੂੰ ਪਵਿੱਤਰ ਮਨਾਉਣ ਲਈ ਯਾਦ ਰੱਖਣਾ ਵਿੱਚ ਬਦਲ ਦਿੱਤਾ। ਇਹ ਪਰਮੇਸ਼ਵਰ ਦੀ ਭਵਿੱਖਬਾਣੀ ਅਨੁਸਾਰ ਪੂਰਾ ਹੋਇਆ। ਜਿਵੇਂ ਕਿ ਇਹ ਲਿਖਿਆ ਗਿਆ ਹੈ, ਪਰਮੇਸ਼ਵਰ ਦੇ ਮੁਕਰਰ ਸਮੇਂ ਅਤੇ ਵਿਵਸਥਾਵਾਂ ਦੇ ਇਸ ਸਾਰੇ ਬਦਲਾਅ ਦਾ ਸਰੋਤ ਉਸ ਵਿਅਕਤੀ ਤੋਂ ਪੈਦਾ ਹੋਇਆ ਹੈ ਜੋ ਪਰਮੇਸ਼ਵਰ ਦਾ ਵਿਰੋਧ ਕਰਦਾ ਹੈ। ਪਰਮੇਸ਼ਵਰ ਖੁਦ ਇਸ ਧਰਤੀ ਉੱਤੇ ਮਨੁੱਖ ਜਾਤੀ ਨੂੰ ਉਹਨਾਂ ਦੇ ਪਰਬ ਸਿਖਾਉਣ ਲਈ ਆਏ। ਦੂਜੇ ਪਾਸੇ ਸ਼ੈਤਾਨ ਨੇ ਝੂਠੀ ਜਾਣਕਾਰੀ ਫੈਲਾਈ ਤਾਂ ਜੋ ਅਜਿਹੇ ਲੱਗੇ ਜਿਵੇਂ ਪਰਮੇਸ਼ਵਰ ਦੇ ਪਰਬ ਕੁਝ ਵੀ ਨਹੀਂ ਸੀ ਅਤੇ ਪਰਮੇਸ਼ਵਰ ਦੀਆਂ ਸਿੱਖਿਆਵਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾਵੇ, ਜਿਵੇਂ ਕਿ ਅਸੀਂ ਦਾਨੀਏਲ ਦੀ ਭਵਿੱਖਬਾਣੀ ਦੁਆਰਾ ਦੇਖ ਸਕਦੇ ਹਾਂ। ਮਸੀਹ ਅਨਸਾਂਗ ਹੋਂਗ ਜੀ ਇਸ ਧਰਤੀ ਤੇ ਦੂਜੀ ਵਾਰ ਮਨੁੱਖ ਜਾਤੀ ਨੂੰ ਜੀਵਨ ਦੇ ਨਿਯਮਾਂ ਨੂੰ ਸਿਖਾਉਣ ਲਈ ਆਏ ਜੋ ਪਰਿਸ਼ਟ, ਵਿਗਾੜੇ ਅਤੇ ਤੋੜੇ ਗਏ ਸੀ। ਉਹਨਾਂ ਨੇ ਸਾਨੂੰ ਸੱਚਾ ਪਸਾਹ, ਸਬਤ ਦਾ ਦਿਨ, ਪਰਬ ਅਤੇ ਨਵੇਂ ਨੇਮ ਦੀ ਸਿੱਖਿਆ ਦਿੱਤੀ। ਉਹਨਾਂ ਨੇ ਸਾਨੂੰ ਇਹ ਸਾਰੀਆਂ ਚੀਜ਼ਾਂ ਦਿੱਤੀਆਂ ਅਤੇ ਸਵਰਗ ਉੱਤੇ ਚੜ੍ਹ ਗਏ। ਕੀ ਇਹ ਸਭ ਭਵਿੱਖਬਾਣੀ ਅਨੁਸਾਰ ਨਹੀਂ ਹੋਇਆ ਹੈ? ਸਹੀ ਸਮਝ ਦੇ ਨਾਲ ਸਾਨੂੰ ਮਸੀਹ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਯਹੂਦੀਆਂ ਨੇ ਯਿਸੂ ਦੇ ਪਹਿਲੀ ਵਾਰ ਆਉਣ ਤੇ ਇਹ ਕਹਿੰਦੇ ਹੋਏ ਅਸਵੀਕਾਰ ਕਰ ਦਿੱਤਾ, ਮਨੁੱਖ ਪਰਮੇਸ਼ਵਰ ਹੋਣ ਦਾ ਦਾਅਵਾ ਕਿਵੇਂ ਕਰ ਸਕਦਾ ਹੈ? ਇਸ ਯੁੱਗ ਵਿੱਚ ਵੀ ਲੋਕ ਇਹ ਕਹਿੰਦੇ ਹੋਏ ਨਿੰਦਾ ਕਰਦੇ ਹਨ, ਮਨੁੱਖ ਪਰਮੇਸ਼ਵਰ ਹੋਣ ਦਾ ਦਾਅਵਾ ਕਿਵੇਂ ਕਰ ਸਕਦਾ ਹੈ? ਅਤੇ ਤੁਸੀਂ ਮਨੁੱਖ ਉੱਤੇ ਕਿਉਂ ਵਿਸ਼ਵਾਸ ਕਰਦੇ ਹੋ? ਯਿਸੂ ਵੀ ਇੱਕ ਮਨੁੱਖ ਦੇ ਰੂਪ ਵਿੱਚ ਇਸ ਧਰਤੀ ਉੱਤੇ ਆਏ। ਉਹ ਧਰਮ ਜੋ ਮਸੀਹ ਨੂੰ ਸਵੀਕਾਰ ਨਹੀਂ ਕਰਦਾ, ਜੋ ਮਨੁੱਖ ਦੇ ਰੂਪ ਵਿੱਚ ਇਸ ਧਰਤੀ ਉੱਤੇ ਆਏ, ਯਕੀਨੀ ਤੌਰ ਤੇ ਈਸਾਈ ਧਰਮ ਨਹੀਂ ਹੈ। ਆਓ ਅਸੀਂ 2 ਯੂਹੰਨਾ ਤੇ ਜਾ ਕੇ ਪੁਸ਼ਟੀ ਕਰੀਏ ਕਿ ਬਾਈਬਲ ਅਤੇ ਨਬੀਆਂ ਨੇ ਇਸ ਮਾਮਲੇ ਬਾਰੇ ਕਿਵੇਂ ਸਮਝਾਇਆ। 2 ਯੂਹੰਨਾ ਅਧਿਆਇ 1 ਵਚਨ 7। ਕਿਉਂ ਜੋ ਬਾਹਲੇ ਛਲੀਏ ਸੰਸਾਰ ਵਿੱਚ ਨਿਕਲ ਆਏ ਹਨ, ਜਿਹੜੇ ਯਿਸੂ ਮਸੀਹ ਦੇ ਦੇਹਧਾਰੀ ਹੋ ਕੇ ਆਉਣ ਨੂੰ ਨਹੀਂ ਮੰਨਦੇ ਹਨ। ਇਹੋ ਛਲੇਡਾ ਅਤੇ ਅਜਿਹਾ ਵਿਅਕਤੀ ਕੀ ਹੈ? ਮਸੀਹ ਦਾ ਵਿਰੋਧੀ ਹੈ। ਅਜਿਹੇ ਲੋਕ ਉਹ ਹਨ ਜੋ ਮਸੀਹ ਦਾ ਵਿਰੋਧ ਕਰਦੇ ਹਨ। ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਉਹ ਮਸੀਹ ਦੇ ਦੁਸ਼ਮਣ ਹਨ ਅਤੇ ਉਹ ਸ਼ੈਤਾਨ ਦੇ ਹਨ। ਜਿਹੜੇ ਲੋਕ ਯਿਸੂ ਮਸੀਹ ਨੂੰ ਸਰੀਰ ਵਿੱਚ ਆਉਣ ਦੇ ਰੂਪ ਵਿੱਚ ਸਵੀਕਾਰ ਨਹੀਂ ਕਰਦੇ ਹਨ, ਉਹ ਮਸੀਹ ਵਿਰੋਧੀ ਹਨ। ਬਾਈਬਲ, ਰਸੂਲ ਅਤੇ ਨਬੀ ਇਸ ਮੁੱਦੇ ਨੂੰ ਇਸ ਤਰੀਕੇ ਨਾਲ ਸਪਸ਼ਟ ਰੂਪ ਨਾਲ ਸਮਝਾਉਂਦੀ ਹੈ। ਹਾਲਾਂਕਿ ਅੱਜ ਜਿਵੇਂ ਕਿ 2000 ਸਾਲ ਪਹਿਲਾਂ ਪਹਿਲੀ ਵਾਰ ਆਉਣ ਤੇ ਸੀ, ਉਹਨਾਂ ਕੋਲ ਇਸ ਤੱਥ ਦੇ ਨਾਲ ਇੱਕ ਮੁੱਦਾ ਹੈ ਕਿ ਪਰਮੇਸ਼ਵਰ ਸਰੀਰ ਵਿੱਚ ਆਏ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਪਰਮੇਸ਼ਵਰ ਕੋਲ ਅਜਿਹੀ ਸ਼ਕਤੀ ਨਹੀਂ ਹੈ? ਅਸੀਂ ਵੀ ਉਹ ਆਤਮਾਵਾਂ ਜਿਨ੍ਹਾਂ ਨੇ ਸਵਰਗ ਵਿੱਚ ਪਾਪ ਕੀਤਾ ਹੈ, ਸਰੀਰ ਧਾਰਨ ਕਰ ਸਕਦੀਆਂ ਹਨ, ਪਰ ਕੀ ਪਰਮੇਸ਼ਵਰ ਉਸ ਸਰੀਰ ਨੂੰ ਨਹੀਂ ਪਹਿਨ ਸਕਦੇ ਜਿਸ ਨੂੰ ਉਹਨਾਂ ਨੇ ਬਣਾਇਆ ਹੈ? ਕੀ ਇਹ ਸਮਝ ਵਿੱਚ ਆਉਂਦਾ ਹੈ? ਪਰਮੇਸ਼ਵਰ ਜੋ ਸਰਬ ਸ਼ਕਤੀਮਾਨ ਹਨ, ਸਰੀਰ ਧਾਰਨ ਕਰ ਸਕਦੇ ਹਨ ਜਾਂ ਉਹ ਆਤਮਾ ਵਿੱਚ ਹੋ ਸਕਦੇ ਹਨ। ਪਰਮੇਸ਼ਵਰ ਕੋਲ ਉਹ ਸਭ ਕੁਝ ਕਰਨ ਦੀ ਸ਼ਕਤੀ ਹੈ ਜੋ ਉਹ ਚਾਹੁੰਦੇ ਹਨ। ਬਾਈਬਲ ਸਾਨੂੰ ਉਹਨਾਂ ਲੋਕਾਂ ਬਾਰੇ ਕੀ ਦੱਸਦੀ ਹੈ ਜੋ ਕਹਿੰਦੇ ਹਨ, ਪਰਮੇਸ਼ਵਰ ਨੂੰ ਕਦੇ ਵੀ ਸਰੀਰ ਵਿੱਚ ਨਹੀਂ ਆਉਣਾ ਚਾਹੀਦਾ। ਅਜਿਹੇ ਲੋਕ ਧੋਖੇਬਾਜ਼ ਅਤੇ ਮਸੀਹ ਵਿਰੋਧੀ, ਅਰਥਾਤ ਝੂਠੇ ਮਸੀਹ ਅਤੇ ਪਰਮੇਸ਼ਵਰ ਦਾ ਵਿਰੋਧ ਕਰਨ ਵਾਲੇ ਹਨ। ਅੱਜ ਅਸੀਂ ਦੇਖ ਸਕਦੇ ਹਾਂ ਕਿ ਪਹਿਲੀ ਵਾਰ ਆਉਣ ਵਾਲੇ ਯਿਸੂ ਅਤੇ ਦੂਸਰੀ ਵਾਰ ਆਉਣ ਵਾਲੇ ਅਨਸਾਂਗ ਹੋਂਗ ਦੀ ਸਥਿਤੀ ਵਿਚਕਾਰ ਬਹੁਤ ਸਾਰੀਆਂ ਸਮਾਨਤਾਵਾਂ ਹਨ।
이 시대 ਇਸ ਯੁੱਗ ਵਿੱਚ ਮਸੀਹ ਨੂੰ ਪ੍ਰਾਪਤ ਕਰਨ ਲਈ ਸਾਨੂੰ ਸੀਯੋਨ ਵਿੱਚ ਰਹਿਣਾ ਚਾਹੀਦਾ ਹੈ, ਜਿੱਥੇ ਪਰਬ ਮਨਾਏ ਜਾਂਦੇ ਹਨ। ਪਰਮੇਸ਼ਵਰ ਨੇ ਕਿਹਾ ਕਿ ਉਹ ਸੀਯੋਨ ਵਿੱਚ ਆਖਰੀ ਦਿਨਾਂ ਵਿੱਚ ਆਪਣੀ ਵਿਵਸਥਾ ਨਾਲ ਕੀ ਕਰਨਗੇ। 그 당신의 율법을 어떻게 하신다고요? ਉਹ ਪੂਰੀ ਮਨੁੱਖ ਜਾਤੀ ਨੂੰ ਮੁਕਤੀ ਵੱਲ ਲੈ ਜਾਣ ਲਈ ਆਪਣੀ ਵਿਵਸਥਾ ਸਿਖਾਉਣ ਲਈ ਦੂਜੀ ਵਾਰ ਪ੍ਰਗਟ ਹੋਣਗੇ। 이 땅에 두 번째 등장하신다고 했습니다. ਭਵਿੱਖਬਾਣੀਆਂ ਉੱਤੇ ਵਿਸ਼ਵਾਸ ਕਰਦੇ ਹੋਏ ਆਓ ਅਸੀਂ ਪੂਰੀ ਤਰ੍ਹਾਂ ਪਰਮੇਸ਼ਵਰ ਦੇ ਵਚਨ ਤੇ ਵਿਸ਼ਵਾਸ ਕਰੀਏ ਅਤੇ ਮਸੀਹ ਨੂੰ ਸਵੀਕਾਰ ਕਰੀਏ, ਭਾਵੇਂ ਦੁਨੀਆ ਸਾਡੇ ਉੱਤੇ ਕੋਈ ਵੀ ਰੁਕਾਵਟ ਪਾਵੇ। 2000 ਸਾਲ ਪਹਿਲਾਂ ਵੀ ਉਹਨਾਂ ਨੇ ਯਿਸੂ ਨੂੰ ਨਾਸਰੀ ਪੰਥ ਕਹਿੰਦੇ ਹੋਏ ਬਹੁਤ ਬੇਇੱਜ਼ਤ ਕੀਤਾ ਸੀ। ਇੱਥੋਂ ਤੱਕ ਕਿ ਰਸੂਲ ਪੌਲੁਸ, ਜੋ ਸ਼ੁਰੂਆਤੀ ਚਰਚ ਦੇ ਮਹਾਨ ਰਸੂਲਾਂ ਵਿੱਚੋਂ ਇੱਕ ਸੀ, ਨੂੰ ਨਾਸਰੀ ਪੰਥ ਦਾ ਆਗੂ ਕਿਹਾ ਗਿਆ ਸੀ, ਜਿਵੇਂ ਕਿ ਰਸੂਲਾਂ ਦੇ ਕਰਤੱਵ ਅਧਿਆਇ 24 ਵਿੱਚ ਦਰਜ ਹੈ। ਅਜਿਹਾ ਇਸ ਲਈ ਸੀ ਕਿਉਂਕਿ ਉਹ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦਾ ਸੀ ਜੋ ਇੱਕ ਮਨੁੱਖ ਦੇ ਰੂਪ ਵਿੱਚ ਇਸ ਧਰਤੀ ਉੱਤੇ ਆਏ ਸੀ। ਉਹਨਾਂ ਦਾ ਗਲਤ ਦਾਅਵਾ, ਪਰਮੇਸ਼ਵਰ ਮਨੁੱਖ ਰੂਪ ਵਿੱਚ ਕਿਵੇਂ ਆ ਸਕਦੇ ਹਨ, ਨੇ ਉਹਨਾਂ ਨੂੰ ਗਲਤ ਵਿਚਾਰ ਲਈ ਪ੍ਰੇਰਿਤ ਕੀਤਾ ਅਤੇ ਇਹ ਵਿਚਾਰ ਉਹਨਾਂ ਨੂੰ ਸਦੀਪਕ ਨਰਕ ਵੱਲ ਲੈ ਗਿਆ। ਸੱਚਾਈ ਦਾ ਰਾਹ ਹਮੇਸ਼ਾ ਬਾਈਬਲ ਵਿੱਚ ਹੈ। ਆਓ ਅਸੀਂ ਬਾਈਬਲ ਵੱਲ ਦੇਖੀਏ ਅਤੇ ਅੰਤ ਤੱਕ ਪਰਮੇਸ਼ਵਰ ਦੇ ਬਚਨ ਦੀਆਂ ਸਿੱਖਿਆਵਾਂ ਦਾ ਪਾਲਣ ਕਰੀਏ ਤਾਂ ਜੋ ਅਸੀਂ ਸ਼ੁਰੂਆਤੀ ਚਰਚ ਦੇ ਸੰਤਾਂ ਵਾਂਗ ਅੰਤ ਤੱਕ ਇਸ ਵਿਸ਼ਵਾਸ ਨੂੰ ਮਜ਼ਬੂਤੀ ਨਾਲ ਫੜੀ ਰੱਖੀਏ, ਜੀਵਨ ਦਾ ਮੁਕਟ ਨਾ ਗਵਾਈਏ। 생명의 멸류관을 잃지 않는 저와 여러분들이 다 되시고 영원한 천국에 ਅਤੇ ਸ਼ਾਨਦਾਰ ਸਵਰਗ ਦੇ ਰਾਜ ਵਿੱਚ ਖੁਸ਼ਹਾਲ ਸਵਾਗਤ ਪਾਈਏ। 되시기를 그도 부탁을 드리겠습니다. ਤੁਹਾਡਾ ਬਹੁਤ ਬਹੁਤ ਧੰਨਵਾਦ।